ਵੈਲਕਮ ਟੂ ਸੀਬੀਸੀ ਸਿੱਖਿਆ ਆਨਲਾਈਨ ਪਲੇਟਫਾਰਮ। ਮੈਂ ਤੁਹਾਡਾ ਆਪਣਾ ਰਵੀ ਸਰ। ਅੱਜ ਇੱਕ ਵਾਰ ਫਿਰ ਤੋਂ ਆਪਾਂ ਕਰੰਟ ਅਫੇਅਰ ਦੇ ਬਾਰੇ ਇੱਥੇ ਜ਼ਿਕਰ ਕਰਾਂਗੇ ਅਤੇ ਅੱਜ ਦੇ ਜਿਹੜੇ 10 ਕੁਐਸਚਨ ਨੇ 8 ਜਨਵਰੀ ਦੇ ਉਹ ਆਪਾਂ ਇੱਥੇ ਡਿਸਕਸ ਕਰਦੇ ਹਾਂ। ਪਹਿਲਾ ਕੁਐਸਚਨ ਇਹਦੇ ਵਿੱਚ ਕੀ ਕਹਿੰਦਾ ਪਿਆ, ਦਾ ਯੂਨੀਅਨ ਮਿਨਿਸਟਰ ਆਫ ਸਟੇਟ ਇੰਡੀਆ ਦੇ ਯੂਨੀਅਨ ਮਿਨਿਸਟਰ ਜਿਨ੍ਹਾਂ ਦਾ ਨਾਮ ਹੈ ਜਤਿੰਦਰ ਸਿੰਘ, ਉਹਨਾਂ ਨੇ ਇਨੋਗਰੇਟ ਕੀਤਾ ਹੈ ਫਸਟ ਰੌਕ ਮਿਊਜ਼ੀਅਮ। ਕਿੱਥੇ, ਕਿਹੜੀ ਸਿਟੀ ਦੇ ਵਿੱਚ, ਉਸ ਮਿਊਜ਼ੀਅਮ ਦੇ ਬਾਰੇ ਦੱਸਣਾ ਹੈ। ਠੀਕ ਹੈ ਜੀ। ਇਹ ਮਿਊਜ਼ੀਅਮ ਇਹਨਾਂ ਨੇ ਕਿੱਥੇ ਔਰਗਨਾਈਜ਼ ਕੀਤਾ ਹੈ, ਮਤਲਬ ਇਨੋਗਰੇਟ ਕੀਤਾ ਹੈ, ਇਹ ਕੀਤਾ ਹੈਦਰਾਬਾਦ ਦੇ ਵਿੱਚ। ਤੁਸੀਂ ਇੱਕ ਸੰਸਥਾ ਦਾ ਨਾਮ ਸੁਣਿਆ ਹੈਗਾ CSIR, ਇਹਦਾ ਨਾਮ ਹੈ ਆਪਣੀ ਜਿਹੜੀ ਹੈਗੀ ਕਲਚਰਲ ਸਾਇੰਟੀਫਿਕ ਇੰਡਸਟਰੀਅਲ ਰਿਸਰਚ ਇੰਸਟੀਟਿਊਟ ਹੈ। ਇਹਦੇ ਅੰਦਰ ਇੱਕ ਇੰਸਟੀਟਿਊਟ ਹੈ, ਉਹਦਾ ਨਾਮ ਹੈ ਨੈਸ਼ਨਲ ਜਿਓਫਿਜ਼ੀਕਲ ਰਿਸਰਚ ਇੰਸਟੀਟਿਊਟ। ਇਹ ਸੰਸਥਾ ਜਿੱਥੇ ਬਣੀ ਹੈ ਹੈਦਰਾਬਾਦ ਦੇ ਵਿੱਚ, ਉੱਥੇ ਦੇ ਸਾਇੰਟਿਸਟ ਦੇ ਨਾਲ ਇਹ ਜਿਹੜੀ ਮਿਊਜ਼ੀਅਮ ਹੈ ਇਸ ਨੂੰ ਇਨੋਗਰੇਟ ਕੀਤਾ ਗਿਆ। ਇਹ ਕੀਤਾ ਗਿਆ ਹੈਦਰਾਬਾਦ ਦੇ ਵਿੱਚ। ਠੀਕ ਹੈ ਜੀ। ਹੈਦਰਾਬਾਦ ਦੇ ਬਾਰੇ ਮੈਂ ਕੱਲ੍ਹ ਫੈਕਟ ਕਾਫੀ ਤੁਹਾਨੂੰ ਦੱਸੇ ਸੀਗੇ। ਮੈਂ ਦੱਸਿਆ ਸੀ ਹੈਦਰਾਬਾਦ ਇਹਦੇ ਵਿੱਚ ਕੀ ਹੋਊਗਾ ਜੀ, 35 ਟਾਈਪਸ ਦੀਆਂ ਰੌਕ ਹੋਣਗੀਆਂ। ਰੌਕ ਜਿਹੜੇ ਪੁਰਾਣੀਆਂ ਜਿੱਥੋਂ ਸਾਨੂੰ ਹਿਸਟਰੀ ਦੇ ਬਾਰੇ ਪਤਾ ਲੱਗਦਾ। ਠੀਕ ਹੈ। ਉਸ ਮਿਊਜ਼ੀਅਮ ਦੇ ਇੱਥੇ ਇਸ ਤਰ੍ਹਾਂ ਦੀਆਂ ਰੌਕਸ ਰੱਖੀਆਂ ਜਾਣਗੀਆਂ ਇੱਥੇ। ਠੀਕ ਹੈ ਜੀ। ਅਤੇ ਇੱਥੇ ਟਾਈਮਲਾਈਨ ਦੇ ਬਾਰੇ ਉਹਨਾਂ ਦੇ ਬਾਰੇ ਸਾਨੂੰ ਪਤਾ ਲੱਗਦਾ ਅਤੇ ਇਹ ਮਿਊਜ਼ੀਅਮ ਉੱਥੇ ਬਣਿਆ। ਮੈਂ ਤੁਹਾਨੂੰ ਦੱਸਿਆ ਸੀ ਪੂਰੇ ਦੁਨੀਆ ਦਾ, ਆਪਣੇ ਇੰਡੀਆ ਦਾ ਸਭ ਤੋਂ ਲਾਰਜੈਸਟ ਮਿਊਜ਼ੀਅਮ ਵੀ ਕਿੱਥੇ ਬਣਨਾ ਹੈ, ਹੈਦਰਾਬਾਦ ਕਿਹੜੀ ਨਦੀ ਦੇ ਉੱਪਰ ਸੀਗਾ, ਮੂਸੀ ਰਿਵਰ ਦੇ ਉੱਪਰ ਹੈ। ਤੇਲੰਗਾਨਾ ਦੀ ਕੈਪੀਟਲ ਹੈ। ਠੀਕ ਹੈ ਜੀ। ਮੈਂ ਤੁਹਾਨੂੰ ਦੱਸਿਆ ਸੀਗਾ ਤੇਲੰਗਾਨਾ ਚੰਦਰ ਸ਼ੇਖਰ ਰਾਓ ਦੀ ਇੱਥੇ ਦੇ CM ਹੈਗੇ ਨੇ। ਤਮਿਲਸਾਈ ਸੌਂਦਰਿਆ ਰਾਜਨ ਇੱਥੇ ਦੇ ਗਵਰਨਰ ਸੀ। ਮੈਂ ਕੱਲ੍ਹ ਵੀ ਤੁਹਾਨੂੰ ਦੱਸਿਆ ਸੀਗਾ। ਇੱਥੇ ਟਰਾਂਸਜੈਂਡਰ ਵਾਸਤੇ ਹੈਲਪ ਡੈਸਕ ਖੋਲ੍ਹਿਆ ਗਿਆ ਸੀਗਾ, ਇਹ ਵੀ ਤੁਹਾਨੂੰ ਮੈਂ ਦੱਸਿਆ ਸੀ ਕੱਲ੍ਹ। ਠੀਕ ਹੈ ਜੀ। ਅਤੇ ਇਹਨਾਂ ਨੂੰ ਨਿਜ਼ਾਮ ਸਿਟੀ ਬੋਲਦੇ ਹਾਂ ਆਪਾਂ। ਚਾਰ ਮੀਨਾਰ ਇਹਨਾਂ ਦਾ ਮੇਨ ਉਹ ਜਿਹੜਾ ਸੀਲ ਦੇ ਉੱਪਰ ਹੁੰਦਾ, ਇਹ ਵੀ ਤੁਹਾਨੂੰ ਮੈਂ ਕੱਲ੍ਹ ਦੱਸਿਆ ਸੀਗਾ। ਠੀਕ ਹੈ ਜੀ। ਅਤੇ ਇਹ ਮੈਂ ਉੱਥੇ ਕੱਲ੍ਹ ਮੈਂ ਤੁਹਾਨੂੰ ਦੱਸ ਕੇ ਆਇਆ ਸੀਗਾ ਸਾਰੇ। ਜੇ ਤੁਸੀਂ ਨਹੀਂ ਵੇਖਿਆ ਨਾ ਕੱਲ੍ਹ ਵਾਲਾ ਵੀਡੀਓ ਤਾਂ ਉਹਨੂੰ ਵੇਖ ਲਓ। ਕੁਛ ਹੋਰ ਵੀ ਫੈਕਟ ਹੈਗੇ ਨੇ ਜਿਹੜੇ ਕਿ ਇੱਥੇ ਇੱਕ ਜੂਲੋਜੀਕਲ ਪਾਰਕ ਸੀਗਾ, ਮੈਂ ਦੱਸਿਆ ਸੀ ਕੱਲ੍ਹ ਤੁਹਾਨੂੰ, ਨਹਿਰੂ ਪਾਰਕ, ਜਿਹੜਾ ਕਿ ਆਪਣੇ ਜਿਹਨੂੰ ISO ਸਰਟੀਫਿਕੇਟ ਮਿਲਿਆ। ਠੀਕ ਹੈ ਜੀ। ਇਹ ਵੀ ਤੁਹਾਨੂੰ ਦੱਸਿਆ ਸੀਗਾ। ਤੇਲੰਗਾਨਾ ਦੇ ਵਿੱਚ ਇਹ ਵੀ ਦੱਸਿਆ ਸੀਗਾ। ਤੇਲੰਗਾਨਾ ਦੇ ਵਿੱਚ ODF ਪਲੱਸ ਸਭ ਤੋਂ ਜ਼ਿਆਦਾ ਸਰਟੀਫਿਕੇਟ ਪਾਉਣ ਵਾਲੇ ਪਿੰਡ ਜਿਹੜੇ ਨੇ ਉਹ ਸਭ ਤੋਂ ਜ਼ਿਆਦਾ ਕਿਹੜੇ ਨੇ, ਤੇਲੰਗਾਨਾ ਸਟੇਟ ਦੇ ਨੇ। ਇਹ ਵੀ ਤੁਹਾਨੂੰ ਮੈਂ ਦੱਸ ਚੁੱਕਿਆ। ਤਾਂ ਆਹ ਕਾਫੀ ਫੈਕਟ ਸੀਗੇ ਜਿਹੜੇ ਮੈਂ ਕੱਲ੍ਹ ਤੁਹਾਨੂੰ ਦੱਸੇ ਸੀਗੇ। ਇਹ ਤੁਸੀਂ ਉੱਥੇ ਜਾ ਕੇ ਨੋਟ ਕਰ ਸਕਦੇ ਹੋ। ਇੱਥੇ ਬੈਂਗਲੁਰੂ ਹੈ, ਇੱਥੇ ਤੁਹਾਨੂੰ ISRO ਦਾ ਹੈਡਕੁਆਟਰ ਮਿਲੂਗਾ, ਵਿਪਰੋ ਦਾ ਮਿਲ ਜੂਗਾ, ਇਨਫੋਸਿਸ ਦਾ ਕੰਪਨੀ ਦਾ ਮਿਲ ਜੂਗਾ ਤੁਹਾਨੂੰ। ਇਹਨੂੰ ਆਪਾਂ ਸਿਲੀਕੋਨ ਸਿਟੀ ਵੀ ਕਹਿੰਦੇ ਹਾਂ। ਠੀਕ ਹੈ ਜੀ। ਸਪੇਸ ਸਿਟੀ ਵੀ ਕਹਿ ਦਿੰਦੇ ਹਾਂ। ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਇਹ ਕਰਨਾਟਕ ਦੀ ਕੈਪੀਟਲ ਹੈ। ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਇੱਥੇ ਹਿਸਟੋਰੀਕਲ ਇੱਕ ਕੁਐਸਚਨ ਦੱਸ ਦੇਣਾ, ਦਿੱਲੀ ਜਿਹੜਾ ਇਹਨੂੰ ਆਪਾਂ ਇੰਦਰਪ੍ਰਸਥ ਵੀ ਕਹਿੰਦੇ ਸੀ। ਠੀਕ ਹੈ ਜੀ। ਇਹ ਓਲਡ ਨੇਮ ਹੈ। ਤੋਮਰ ਡਾਇਨੈਸਟੀ ਦੇ ਦੁਆਰਾ ਇਸ ਨੂੰ ਫਾਊਂਡ ਕੀਤਾ ਗਿਆ ਸੀ ਦਿੱਲੀ ਨੂੰ। ਠੀਕ ਹੈ ਜੀ। ਇਹ ਵੀ ਯਾਦ ਰੱਖਿਆ ਜੀ। ਨੈਕਸਟ ਕੁਐਸਚਨ 'ਤੇ ਚੱਲਦੇ ਹਾਂ। ਕਹਿੰਦੇ ਜੀ ਵਿਚ ਬੈਂਕ ਵੋਨ ਦਾ UI ਪਾਥ ਆਟੋਮੇਸ਼ਨ ਐਕਸੀਲੈਂਸ ਅਵਾਰਡ, ਜਿਹਨੂੰ ਬੈਸਟ ਐਕਸੂਲੇਸ਼ਨ ਅਵਾਰਡ ਮਿਲਿਆ ਆਪਣੀ ਕ੍ਰਾਈਸਿਸ ਬਿਜ਼ਨਸ ਕੰਟੀਨਿਊਟੀ ਦੇ ਵਾਸਤੇ। ਤਾਂ ਇਹ ਇੱਕ ਅਵਾਰਡ ਹੈ ਜੀ, ਜਿਹਦੇ ਵਿੱਚ ਕੀ ਹੈ, ਐਸਾ ਬੈਂਕ ਜਿਹਦੇ ਆਪਣੇ ਕੁਛ ਪ੍ਰੋਜੈਕਟ ਚੱਲਦੇ ਹੋਣ ਟਰਾਂਸਫਾਰਮ ਕਰਨ ਵਾਸਤੇ, ਕਿੱਥੇ, ਇੰਡੀਆ ਦੇ ਵਿੱਚ ਵੀ ਅਤੇ ਆਪਣੇ ਇੰਡੀਆ ਦੇ ਨੇਬਰਿੰਗ ਕੰਟਰੀ ਜਿਵੇਂ ਸ਼੍ਰੀਲੰਕਾ ਹੋ ਗਿਆ, ਨੇਪਾਲ ਹੋ ਗਿਆ ਜੀ, ਬੰਗਲਾਦੇਸ਼ ਹੋ ਗਿਆ, ਇਸ ਤਰ੍ਹਾਂ ਦੇ ਕੰਟਰੀ ਦੇ ਵਿੱਚ। ਤਾਂ ਉਸ ਤਰ੍ਹਾਂ ਦਾ ਇਹ ਇੱਕ ਅਵਾਰਡ ਦਿੱਤਾ ਜਾਂਦਾ, ਉਸ ਨੂੰ ਆਪਾਂ ਕਹਿੰਦੇ UI ਪਾਥ ਆਟੋਮੇਸ਼ਨ ਐਕਸੀਲੈਂਸ ਅਵਾਰਡ। ਠੀਕ ਹੈ ਜੀ। ਇਹ ਕਿਹਨੂੰ ਦਿੱਤਾ ਗਿਆ, ਤਾਂ ਇਹ ਹੈਗਾ ਜੀ ਸਾਊਥ ਇੰਡੀਅਨ ਬੈਂਕ ਜਿਹਨੂੰ ਦਿੱਤਾ ਗਿਆ। ਇਸ ਤਰ੍ਹਾਂ ਮੈਂ ਇੱਕ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ, ਇੰਡੀਆ ਦੇ ਵਿੱਚ ਆਪਣਾ ਹੈਗਾ ਸੀਗਾ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ, ਜਿਹੜਾ CII ਅਵਾਰਡ ਸੀਗਾ, ਇਹ ਮਿਲਿਆ ਸੀ ਕਿਹਨੂੰ, HDFC ਬੈਂਕ ਨੂੰ। ਠੀਕ ਹੈ ਜੀ। ਔਰ ਮੈਂ ਕੱਲ੍ਹ ਇੱਕ ਕੁਐਸਚਨ ਤੁਹਾਨੂੰ ਮੈਂ ਕਰਵਾਇਆ ਸੀ, ਇੰਡੀਆ ਦਾ ਹੁਣ ਸੈਕਿੰਡ ਪੇਮੈਂਟ ਬੈਂਕ ਬਣਿਆ। ਵੈਸੇ ਤਾਂ ਉਹ ਚੌਥਾ ਪੇਮੈਂਟ ਬੈਂਕ ਹੈ, ਇੰਡੀਆ ਦਾ ਸੈਕਿੰਡ ਸਭ ਤੋਂ ਮਤਲਬ ਸੈਕਿੰਡ ਨੰਬਰ 'ਤੇ ਇਹਨੂੰ ਸ਼ਡਿਊਲ ਲਿਸਟ ਦੇ ਵਿੱਚ ਪਾਇਆ ਸੀਗਾ RBI ਬੈਂਕ ਨੇ, ਏਅਰਟੈਲ ਪੇਮੈਂਟ ਬੈਂਕ। ਆਪਾਂ ਕੱਲ੍ਹ ਵੀ ਕੁਐਸਚਨ ਪੜ੍ਹਿਆ ਸੀਗਾ। ਠੀਕ ਹੈ ਜੀ। ਅਤੇ ਜਿਹੜਾ ਇੱਕ ਬੈਂਕ ਸੀਗਾ ਤੁਹਾਡਾ, ਇੱਕ ਤੁਹਾਨੂੰ ਬੈਂਕ ਦਾ ਦੱਸਣਾ ਸੀਗਾ ਫੈਡਰਲ ਬੈਂਕ ਦੇ ਬਾਰੇ। ਜਿਹੜਾ ਫੈਡਰਲ ਬੈਂਕ ਹੈ ਇਹਨੂੰ ਯਾਦ ਰੱਖਿਆ ਜੀ, ਮਹਿਲਾ ਮਿੱਤਰਾ ਯੋਜਨਾ ਇਹਨਾਂ ਨੇ ਫੈਡਰਲ ਬੈਂਕ ਜਿਹੜਾ ਹੈ ਨਾ, ਫੈਡਰਲ ਬੈਂਕ, ਉਹਨੇ ਮਹਿਲਾ ਮਿੱਤਰਾ ਪਲੱਸ ਯੋਜਨਾ ਸਟਾਰਟ ਕੀਤੀ ਹੈ ਮਹਿਲਾਵਾਂ ਵਾਸਤੇ। ਇਹ ਵੀ ਤੁਸੀਂ ਯਾਦ ਰੱਖਿਆ ਜੀ। ਠੀਕ ਹੈ ਜੀ। ਅਤੇ ਇਹ ਤੁਹਾਨੂੰ ਮੈਂ ਦੱਸਿਆ ਸੀਗਾ 3 ਬੈਂਕ, ਸਿਵਿਕ ਬੈਂਕ ਵੀ ਦੱਸੇ ਸੀ ਕਿਹੜੇ ਐਸੇ ਬੈਂਕ ਜਿਹੜੇ ਕਿ ਫੇਲ ਨਹੀਂ ਹੋ ਸਕਦੇ। ਅਤੇ ਉਹ ਕਿਹੜੇ ਬੈਂਕ ਸੀਗੇ, ਇੱਕ ਸੀਗਾ ICICI ਬੈਂਕ, ਇੱਕ ਸੀਗਾ HDFC ਬੈਂਕ, ਇੱਕ ਸੀਗਾ SBI ਬੈਂਕ। ਮੈਂ ਤੁਹਾਨੂੰ ਇਹ ਵੀ ਦੱਸਿਆ ਸੀਗਾ
ਇਹ ਜਿਹੜਾ ਰੁਪੇ ਕਾਰਡ ਹੈ ਉਹ ਕੌਣ ਆਪਣਾ ਆਪਰੇਟ ਕਰਦਾ ਜਿਹੜਾ ਸਿਸਟਮ, ਜਿਹੜਾ ਇੰਟਰਨੈਸ਼ਨਲ ਸਿਸਟਮ ਆਪਣਾ, ਉਹ ਹੁੰਦਾ NPCI, ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ। ਇਹਨਾਂ ਨੇ ਤੁਹਾਨੂੰ ਮੈਂ ਦੱਸਿਆ ਸੀਗਾ ਰੂਪੀ ਸਕੀਮ ਲਾਗੂ ਕੀਤੀ ਸੀ ਕਿੱਥੇ, ਕਰਨਾਟਕ ਦੇ ਵਿੱਚ, ਬੱਚਿਆਂ ਦੇ ਸੋਲੂਸ਼ਨ ਵਾਸਤੇ। ਕਿਹਦੇ ਨਾਲ ਮਿਲ ਕੇ? SBI ਬੈਂਕ ਦੇ ਨਾਲ, ਠੀਕ ਹੈ। ਇਹ ਵੀ ਤੁਹਾਨੂੰ ਮੈਂ ਦੱਸਿਆ ਸੀਗਾ ਉਸ ਦਿਨ। ਅਤੇ ਉਸ ਤੋਂ ਬਾਅਦ ਆਪਾਂ ਨੈਕਸਟ RBI ਦੇ ਗਵਰਨਰ ਵੀ ਤੁਹਾਨੂੰ ਦੱਸਿਆ ਸੀਗਾ। RBI ਕਦੋਂ ਬਣਿਆ ਸੀਗਾ? ਇਹ ਆਪਣਾ ਬੈਂਕ ਬਣਿਆ ਸੀ 1934 ਦੇ ਐਕਟ ਦੇ ਵਿੱਚ। ਇਹਨੂੰ ਇਹ RBI ਬੈਂਕ, ਠੀਕ ਹੈ। ਇੰਡੀਆ ਦਾ ਸਭ ਤੋਂ ਵੱਡਾ ਜਿਹੜਾ ਬੈਂਕ ਹੈ ਉਹ ਕਿਹੜਾ ਜੀ? SBI ਬੈਂਕ। ਇਹਨੂੰ ਇੰਪੀਰੀਅਲ ਬੈਂਕ ਕਹਿੰਦੇ ਆਪਾਂ, ਠੀਕ ਹੈ ਜੀ। ਇਹਦੇ ਬਾਰੇ ਆਪਾਂ ਵੇਖ ਹੀ ਚੁੱਕੇ ਹਾਂ। ਤਾਂ ਸੋ ਇਸ ਦੇ ਬਾਰੇ ਇੰਨੇ ਫੈਕਟ ਕਾਫੀ ਨੇ। ਅਤੇ ਨੈਕਸਟ ਆਪਾਂ ਕੁਐਸਚਨ ਵੇਖਦੇ ਹਾਂ। ਉਸ ਤੋਂ ਬਾਅਦ ਦੇਖੋ, ਹੂ ਹੈਜ਼ ਅਚੀਵ ਫਸਟ ਐਵਰ ਗਿਨੀਸ ਵਰਲਡ ਰਿਕਾਰਡ ਫॉर ਨਿਊਮੈਰੋਲੋਜੀ ਫਸਟ ਵਰਲਡ ਰਿਕਾਰਡ 2022 ਦੇ ਵਿੱਚ। ਤਾਂ ਇਸ ਪਰਸਨ ਦੇ ਬਾਰੇ ਦੱਸਣਾ, ਪਹਿਲਾਂ ਇਹ ਦੱਸਿਆ ਨਿਊਮੈਰੋਲੋਜੀ ਜਿਹੜੀ ਹੁੰਦੀ ਹੈ ਉਹ ਹੁੰਦੀ ਕੀ ਹੈ? ਇਹ ਨੰਬਰਸ ਜਿਹੜੇ ਹੁੰਦੇ ਨਾ ਉਹਨਾਂ ਦੀ ਸਟੱਡੀ ਹੁੰਦੀ ਹੈ। ਨੰਬਰਸ ਹਿਸਟਰੀ ਟਾਈਮਲਾਈਨ ਵਗੈਰਾ ਆਪਾਂ ਚੈੱਕ ਕਰਨ ਵਾਸਤੇ ਨਾ, ਨੰਬਰ ਹੋ ਗਏ ਜਾਂ ਵਰਡਸ ਹੋ ਗਏ, ਕੁਛ ਵੀ ਚੀਜ਼ਾਂ ਨੂੰ, ਉਹਦੀ ਸਟੱਡੀ ਨੂੰ। ਤਾਂ ਇਹ ਫਸਟ ਪਰਸਨ ਨੇ ਇੰਡੀਆ ਦੇ ਵਿੱਚ, ਬਹੁਤ ਵੱਡੀ ਗੱਲ ਹੈ। ਇੰਡੀਆ ਦੇ ਵਿੱਚ ਇੱਕ ਅਵਾਰਡ ਜਿਹੜਾ ਕਿ ਗਿਨੀਜ਼ ਆਫ ਵਰਲਡ ਰਿਕਾਰਡ ਦੇ ਵਿੱਚ ਦਰਜ ਕਰਵਾਇਆ ਫਸਟ ਪਰਸਨ ਨੇ ਇੰਡੀਆ ਦੇ ਵਿੱਚ। ਅਤੇ ਉਹਨਾਂ ਦਾ ਨਾਮ ਹੈਗਾ ਜੀ JC ਸ਼ਾਹ, ਠੀਕ ਹੈ ਜੀ। ਇਹ ਇੰਡੀਆ ਦੇ ਸਭ ਤੋਂ ਵੱਡੇ ਨਿਊਮੈਰੋਲੋਜਿਸਟ ਜਿਹੜੇ ਹੈਗੇ ਨੇ। ਇਹਨਾਂ ਨੇ ਜੀ ਆਪਣੀ ਜਿਹੜੀ ਇੱਕ ਕਹਿੰਦੇ ਨਹੀਂ ਫਸਟ ਐਵਰ ਕਲਾਸ ਜਿਹੜੀ ਲਈ ਸੀ, ਉਹਨਾਂ ਦੇ ਵਿੱਚ 6000 ਪੂਰੇ ਵਰਲਡ ਦੇ ਸਾਇੰਟਿਸਟ ਜਿਨ੍ਹਾਂ ਨੇ ਇਸ ਨੂੰ ਅਚੀਵ ਕਰਨ ਵਾਲੇ ਫਸਟ ਇੰਡੀਅਨ ਬਣ ਚੁੱਕੇ ਨੇ। ਇਹਨੂੰ ਤੁਸੀਂ ਯਾਦ ਰੱਖਣਾ ਅਤੇ ਇਹ ਆਪਣੇ ਲਈ ਬਹੁਤ ਵੱਡੀ ਗੱਲ ਹੈ ਜੀ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਿਆ ਜੀ। ਇਹਨਾਂ ਦੀ ਆਪਣੀ ਫਾਊਂਡੇਸ਼ਨ ਹੈਗੀ ਹੈ, ਇਹ ਵੀ ਤੁਸੀਂ ਯਾਦ ਰੱਖਣਾ। ਉਸ ਤੋਂ ਬਾਅਦ ਦੇਖੋ ਜੀ, ਗੱਲ ਕਰਦੇ ਹਾਂ ਸ਼ਿਫਾਲੀ ਵਰਮਾ ਹੈਜ਼ ਬੀਨ ਅਪੋਇੰਟਡ ਐਜ਼ ਦਾ ਬ੍ਰਾਂਡ ਐਂਡੋਰਸਸ ਆਫ ਦਾ ਫਾਈਨੈਂਸ਼ੀਅਲ ਕੰਪਨੀ। ਕਿਹੜੀ ਫਾਈਨੈਂਸ਼ੀਅਲ ਕੰਪਨੀ ਦਾ ਜਿਹੜੇ ਨੇ ਇਹ ਬ੍ਰਾਂਡ ਅੰਬੈਸਡਰ ਜਿਵੇਂ ਕਹਿ ਸਕਦੇ ਹਾਂ ਅਪੋਇੰਟ ਕੀਤਾ ਗਿਆ ਸ਼ਿਫਾਲੀ ਵਰਮਾ। ਸ਼ਿਫਾਲੀ ਵਰਮਾ ਕੀ ਨੇ? ਕਿਹੜੀ ਸਪੋਰਟਸ ਖੇਡਦੇ ਨੇ? ਸ਼ਿਫਾਲੀ ਵਰਮਾ ਜੀ ਕ੍ਰਿਕੇਟਰ ਨੇ। ਸ਼ਿਫਾਲੀ ਵਰਮਾ ਕ੍ਰਿਕੇਟਰ ਨੇ ਅਤੇ ਇਹ 15 ਸਾਲ ਦੇ ਏਜ ਦੇ ਵਿੱਚ ਇਹ ਸਭ ਤੋਂ ਇੰਡੀਆ ਦੇ ਯੰਗੈਸਟ ਕ੍ਰਿਕੇਟਰ ਬਣੇ ਨੇ, ਜਿਨ੍ਹਾਂ ਨੇ ਅਤੇ ਟੈਸਟ ਕ੍ਰਿਕਟ ਦੇ ਵਿੱਚ ODI ਜਿਹੜੇ ਮੈਚ ਨੇ ਉਹਨਾਂ ਦੇ ਵਿੱਚ ਡਿਬਿਊਟ ਕੀਤਾ ਸੀਗਾ, ਠੀਕ ਹੈ ਜੀ। ਇੰਡੀਆ ਦੇ ਸਭ ਤੋਂ ਯੰਗੈਸਟ ਕ੍ਰਿਕੇਟਰ ਦੇ ਵਿੱਚ ਆਉਂਦਾ ਹੈ। ਅਤੇ ਇਹਨਾਂ ਨੂੰ ਜਿਹੜਾ ਬਣਾਇਆ ਗਿਆ ਉਹ ਬੈਂਕ ਆਫ ਬੜੌਦਾ ਬੈਂਕ ਦੇ ਦੁਆਰਾ ਇਹਨਾਂ ਨੂੰ ਅਪੋਇੰਟ ਕੀਤਾ ਗਿਆ, ਠੀਕ ਹੈ ਜੀ। ਇਸ ਤਰ੍ਹਾਂ ਆਪਾਂ ਕੁਛ ਹੋਰ ਵੀ ਜਿਹੜੇ ਅੰਬੈਸਡਰ ਵੇਖ ਸਕਦੇ ਹਾਂ ਜਿਨ੍ਹਾਂ ਨੂੰ ਨਿਯੁਕਤ ਕੀਤਾ ਗਿਆ। ਅਤੇ ਇੰਡੀਆ ਦੇ ਵਿੱਚ ਨਾ ਹੁੰਡਾਈ ਜਿਹੜੇ ਮੋਟਰਸ ਦੇ ਉਹਨਾਂ ਦੇ ਬਣੇ ਸੀ ਅਦਿਤੀ ਅਸ਼ੋਕ, ਠੀਕ ਹੈ ਜੀ। ਉਹਨਾਂ ਦਾ ਨਾਮ ਯਾਦ ਰੱਖ ਲਓ। ਇਹ ਅੰਬੈਸਡਰ ਬਣੇ ਸੀ ਹੁੰਡਾਈ ਮੋਟਰਸ ਇੰਡੀਆ, ਠੀਕ ਹੈ ਜੀ। ਅਤੇ ਉਸ ਤਰ੍ਹਾਂ ਹੀ ਯਾਦ ਰੱਖ ਲਓ ਅਰੁਣਾਚਲ ਪ੍ਰਦੇਸ਼ ਦੇ ਹੁਣੇ ਥੋੜ੍ਹੇ ਦਿਨ ਪਹਿਲਾਂ ਜਿਹੜਾ ਕੁਛ ਕਰੰਟ ਅਫੇਅਰ ਹੋ ਗਏ ਨੇ, ਉਹਨਾਂ ਦੇ ਵਿੱਚ ਅਰੁਣਾਚਲ ਪ੍ਰਦੇਸ਼ ਜਿਹੜਾ ਹੈ ਉਹਦੇ ਅੰਬੈਸਡਰ ਬਣੇ ਸੀਗੇ ਜੀ ਸੰਜੇ ਦੱਤ, ਠੀਕ ਹੈ ਜੀ। ਇਹ ਯਾਦ ਰੱਖ ਲਓ। ਅਤੇ ਮਹਾਰਾਸ਼ਟਰ ਦੇ ਸਲਮਾਨ ਖਾਨ, ਠੀਕ ਹੈ ਜੀ। ਇਹ ਯਾਦ ਰੱਖ ਲਓ ਤੁਸੀਂ। ਅਤੇ ਉੱਤਰਾਖੰਡ ਦੇ ਬਣੇ ਸੀ ਰਿਸ਼ਭ ਪੰਤ, ਠੀਕ ਹੈ ਜੀ। ਰਿਸ਼ਭ ਪੰਤ, ਇਹ ਵੀ ਤੁਸੀਂ ਯਾਦ ਰੱਖ ਲਓ। ਜਿਹੜਾ ਟਰਾਈਫੈਡ ਹੁੰਦਾ ਆਪਣਾ ਸੰਸਥਾ ਹੁੰਦੀ ਨਾ ਟਰਾਈਫੈਡ, ਜਿਹਦੇ ਵਿੱਚ ਹੁੰਦਾ ਆਪਣੇ ਇੰਡੀਆ ਦੇ ਜਿਹੜੇ ਆਦੀਵਾਸੀ ਜਿਹੜਾ ਸਮੁਦਾਇ, ਉਹਨਾਂ ਦੇ ਜਿਹੜਾ ਇੱਕ ਸੰਸਥਾ ਹੈਗੀ ਉਹਨਾਂ ਨੂੰ ਪ੍ਰਮੋਟ ਕਰਨ ਵਾਸਤੇ ਟਰਾਈਫੈਡ, ਉਹਦੇ ਬਣੇ ਸੀ ਮੈਰੀ ਕੋਮ, ਠੀਕ ਹੈ ਜੀ। ਮਣੀਪੁਰ ਦੀ ਮੁੱਕੇਬਾਜ਼ ਹੈਗੀ ਹੈ ਮੈਰੀ ਕੋਮ, ਠੀਕ ਹੈ ਜੀ। ਇਹਨਾਂ ਦੇ ਯਾਦ ਰੱਖਣਾ ਤੁਸੀਂ। ਅਤੇ ਪੰਜਾਬ ਐਂਡ ਦਿੱਲੀ ਵਾਸਤੇ ਜਿਹੜੇ ਕੋਵਿਡ ਵਾਸਤੇ ਬਣੇ ਸੀ ਅੰਬੈਸਡਰ ਬਣੇ ਸੀ ਸੋਨੂ ਸੂਦ, ਯਾਦ ਹੋਵੇਗਾ ਤੁਹਾਨੂੰ, ਠੀਕ ਹੈ ਜੀ। ਅਤੇ ਇਹ ਤੁਸੀਂ ਯਾਦ ਰੱਖਣਾ ਇਹਦੇ ਬਾਰੇ, ਠੀਕ ਹੈ ਜੀ। ਆਈ ਹੋਪ ਕਿ ਤੁਹਾਨੂੰ ਸਮਝ ਆ ਗਿਆ ਹੋਵੇਗਾ। ਜੇ ਬਾਕੀ ਇੱਕ ਕੰਪਨੀ ਹੈਗੀ ਹੈ ਫਾਇਰਬੋਲਟ ਜਿਹੜੀ ਕੰਪਨੀ ਹੈ ਉਸਦੇ ਜਿਹੜੇ ਬਣੇ ਨੇ ਵਿਰਾਟ ਕੋਹਲੀ, ਠੀਕ ਹੈ ਜੀ। ਵਿਰਾਟ ਕੋਹਲੀ। ਇੱਕ ਐਮਵੇ ਕੰਪਨੀ ਹੈ, ਐਮਵੇ ਕੰਪਨੀ ਦੇ ਜਿਹੜੇ ਬਣੇ ਸੀਗੇ ਅਮਿਤਾਭ ਬੱਚਨ, ਠੀਕ ਹੈ ਜੀ। ਇਹਨਾਂ ਦਾ ਤੁਸੀਂ ਯਾਦ ਰੱਖਿਓ ਜੀ, ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ। ਨੈਕਸਟ ਕੁਐਸਚਨ 'ਤੇ ਚੱਲਦੇ ਹਾਂ। ਉਸ ਤੋਂ ਬਾਅਦ ਕਹਿੰਦਾ ਜੀ which two Caribbean nations have joined the International Solar Alliance 102nd member of the by signing the ISA framework। ਕਹਿੰਦੇ ਇੰਡੀਆ ਦੀ ਇੱਕ ਸੰਸਥਾ ਨਾ, ਇੰਡੀਆ ਫਰਾਂਸ ਦੀ ਮਿਲਾ ਕੇ ਇੱਕ ਸੰਸਥਾ ਬਣੀ ਇੰਟਰਨੈਸ਼ਨਲ ਸੋਲਰ ਅਲਾਇੰਸ। ਇਹ ਸੰਸਥਾ ਜਿਹਦਾ ਹੈੱਡਕੁਆਟਰ ਗੁੜਗਾਉਂ ਦੇ ਵਿੱਚ ਹੈ, ਇਹ ਉਹ ਸੰਸਥਾ ਇੰਡੀਆ ਦੀ ਜਿਹੜੀ ਕੀ ਕਰਦੀ ਹੈ ਸੋਲਰ ਐਨਰਜੀ ਬਣਾਉਂਦੀ ਹੈ, ਰੀਨੇਬਲ ਐਨਰਜੀ ਦੇ ਉੱਪਰ ਧਿਆਨ ਦਿੰਦੀ ਹੈ। ਰੀਨੇਬਲ ਐਨਰਜੀ ਸਮਝਦੇ ਹੋ, ਜਿਹੜੀ ਕਿ ਕਦੇ ਨਾ ਖਤਮ ਹੋਣ ਵਾਲੀ ਐਨਰਜੀ ਨੂੰ ਬਣਾਉਣਾ, ਉਹਦੇ ਵੱਲ ਧਿਆਨ ਦੇਣਾ। ਇੰਡੀਆ ਦਾ ਤੁਹਾਨੂੰ ਮੈਂ ਦੱਸਿਆ ਸੀ 175 ਗੀਗਾ ਹਰਟਸ ਦਾ ਆਪਾਂ ਟਾਰਗੇਟ ਰੱਖਿਆ ਹੋਇਆ ਹੈ, ਤਾਂ ਉਹਦੇ ਵਾਸਤੇ ਕੰਮ ਕਰਦਾ ਪਿਆ। ਅਤੇ ਇਹਦੇ ਵਾਸਤੇ ਇੱਕ ਪੂਰੇ ਵਰਲਡ ਦੇ ਵਿੱਚ ਇੱਕ ਸੰਸਥਾ ਹੈਗੀ ਇੰਟਰਨੈਸ਼ਨਲ ਸੋਲਰ ਅਲਾਇੰਸ। ਇਹਦਾ ਕੰਮ ਹੈ ਉਹ ਕੰਟਰੀ ਨੂੰ ਜੋੜਨਾ ਜਿਹੜੇ ਕਿ ਇਕਵੇਟਰ ਅਤੇ ਕਰਕ ਰੇਖਾ ਅਤੇ ਮੱਕਰ ਰੇਖਾ ਦੇ ਵਿੱਚ ਜਿਹੜੀ ਕੰਟਰੀਆਂ ਆਉਂਦੀਆਂ ਨੇ, ਠੀਕ ਹੈ ਜੀ। ਅਤੇ ਇਹਦੇ ਵਿੱਚ 102 ਨੰਬਰ 'ਤੇ ਕਿਹੜਾ ਮੈਂਬਰ ਹੁਣ ਜੁੜਿਆ ਜੀ? ਇਹਦਾ ਨਾਮ ਹੈ
ਇਹਦਾ ਨਾਮ ਹੈ ਜੀ ਐਂਟੀਗੁਆ ਬਰਬੂਡਾ। ਇਹ ਕਿਹੜੀ ਕੰਟਰੀ ਹੈ? ਤੁਸੀਂ ਵੇਖੋਗੇ ਇੱਕ ਨਾਰਥ ਅਮੈਰੀਕਾ ਉੱਪਰ, ਇੱਕ ਹੋ ਹੈ ਸਾਊਥ ਅਮੈਰੀਕਾ। ਇਹਦੇ ਥੱਲੇ ਇਹਦੇ ਉਰਲੇ ਪਾਸੇ ਕਿਹੜਾ ਹੈ ਜੀ? ਇੱਕ ਹੈਗਾ ਅਟਲਾਂਟਿਕ ਓਸ਼ਨ। ਜੇ ਤੁਸੀਂ ਵਰਲਡ ਮੈਪ ਥੋੜ੍ਹਾ ਜਿਹਾ ਵੇਖਿਆ, ਉਸ ਤੋਂ ਬਾਅਦ ਹੈਗਾ ਪੈਸੀਫਿਕ ਓਸ਼ਨ। ਤਾਂ ਅਟਲਾਂਟਿਕ ਓਸ਼ਨ, ਪੈਸੀਫਿਕ ਓਸ਼ਨ, ਅਟਲਾਂਟਿਕ ਓਸ਼ਨ ਦੇ ਵਿੱਚ ਕੁਛ ਕੰਟਰੀਆਂ ਜਿਨ੍ਹਾਂ ਨੂੰ ਆਪਾਂ ਕਹਿੰਦੇ ਛੋਟੇ ਟਾਪੂ ਹੈਗੇ ਨੇ, ਜਿਹੜੇ ਨਾਰਥ ਅਮੈਰੀਕਾ ਅਤੇ ਸਾਊਥ ਅਮੈਰੀਕਾ ਦੇ ਵਿੱਚ ਛੋਟੇ, ਇਹਨਾਂ ਵਿੱਚ ਕੁਛ ਉਹਨਾਂ ਨੂੰ ਆਪਾਂ ਕਹਿੰਦੇ ਕੈਰੀਬੀਅਨ ਕੰਟਰੀ। ਇੱਥੇ ਹੈਗਾ ਕੈਰੀਬੀਅਨ ਸੀ, ਉਹਦੇ ਵਿੱਚ ਆ 2 ਦੇਸ਼ ਹੈਗੇ ਨੇ, ਠੀਕ ਹੈ ਜੀ। ਇਹਨਾਂ ਨੇ 102 ਨੰਬਰ ਮੈਂਬਰ ਦੇ ਵਿੱਚ ਐਜ਼ ਏ ਸਾਈਨ ਕੀਤਾ, ਇਹ ਤੁਸੀਂ ਯਾਦ ਰੱਖਣਾ। ਹੁਣ ਸਾਊਥ ਅਮੈਰੀਕਾ ਨੂੰ ਆਪਾਂ ਲੈਟਿਨ ਅਮੈਰੀਕਾ ਵੀ ਕਹਿੰਦੇ ਹਾਂ। ਕਿਵੇਂ? ਕੈਰੀਬੀਅਨ ਕੰਟਰੀਆਂ ਨੂੰ ਮਿਲਾ ਕੇ, ਸਾਊਥ ਅਮੈਰੀਕਾ ਨੂੰ ਮਿਲਾ ਕੇ ਆਪਾਂ ਕੀ ਕਹਿੰਦੇ ਹਾਂ? ਲੈਟਿਨ ਅਮੈਰੀਕਾ, ਠੀਕ ਹੈ ਜੀ। ਇਹ ਵੀ ਤੁਸੀਂ ਯਾਦ ਰੱਖਣਾ। ਲੈਟਿਨ ਅਮੈਰੀਕਾ ਦਾ ਸਭ ਤੋਂ ਵੱਡਾ ਦੇਸ਼ ਹੈਗਾ ਬ੍ਰਾਜ਼ੀਲ, ਠੀਕ ਹੈ ਜੀ, ਯਾਦ ਰੱਖਿਆ ਜੀ। ਅਤੇ ISA ਅਤੇ 101 ਨੰਬਰ 'ਤੇ ਜਿਹੜਾ ਮੈਂਬਰ ਜੁੜਿਆ ਸੀ ਉਹ ਸੀਗਾ USA, ਠੀਕ ਹੈ ਜੀ। ਪਹਿਲੇ 2 ਮੈਂਬਰ ਜਿਨ੍ਹਾਂ ਨੇ ਪ੍ਰੋਗਰਾਮ ਸਟਾਰਟ ਕੀਤਾ, ਇੰਡੀਆ ਅਤੇ ਫਰਾਂਸ ਨੇ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਕਦੋਂ ਸਟਾਰਟ ਹੋਇਆ ਸੀਗਾ? 2014 ਦੇ ਵਿੱਚ ਆਪਸ ਦੇ ਵਿੱਚ ਪੈਰਿਸ ਸਮਝੌਤਾ ਹੋਇਆ ਸੀਗਾ। ਪੈਰਿਸ ਕਲਾਈਮੇਟ ਐਗਰੀਮੈਂਟ ਚੱਲਦਾ ਪਿਆ ਸੀ ਉਸ ਟਾਈਮ 'ਤੇ ਇਹ ਮਿਲੇ ਸੀ। 2015 ਵਿੱਚ ਇਹ ਸੰਸਥਾ ਨੇ ਕੰਮ ਕਰਨਾ ਸਟਾਰਟ ਕਰ ਦਿੱਤਾ ਸੀਗਾ, ਠੀਕ ਹੈ ਜੀ। ਇਹ ਯਾਦ ਰੱਖਣਾ ਤੁਸੀਂ। ਉਸ ਤੋਂ ਬਾਅਦ ਆਇਆ ਸੀ ਯੂਨਾਈਟਿਡ ਨੇਸ਼ਨ ਵਰਲਡ ਫੂਡ ਪ੍ਰੋਗਰਾਮ। ਦੇਖੋ ਜੀ, ਵਰਲਡ ਫੂਡ ਪ੍ਰੋਗਰਾਮ ਅਤੇ ਜਿਹੜਾ ਹੈਗਾ ਇੱਕ ਹੈਗਾ ਆਪਣੇ ਪੂਰੇ ਵਰਲਡ ਦੇ ਵਿੱਚ ਜਿਹੜਾ ਫੂਡ ਦੀ ਸਿਕਿਉਰਿਟੀ ਵਾਸਤੇ ਕੰਮ ਕਰਦਾ। ਯੂਨਾਈਟਿਡ ਨੇਸ਼ਨ ਦੀ ਸੰਸਥਾ ਹੈਗੀ, 17 ਏਜੰਸੀਆਂ ਦੇ ਵਿੱਚ ਇੱਕ ਏਜੰਸੀ ਹੈ। ਇਹਦਾ ਹੈੱਡਕੁਆਟਰ ਹੈਗਾ ਰੋਮ ਦੇ ਵਿੱਚ। ਉਹਨਾਂ ਨੇ ਇੰਡੀਆ ਦੇ ਨਾਲ ਪਾਰਟਨਰਸ਼ਿਪ ਕੀਤੀ ਹੈ। ਕਾਹਦੇ ਵਾਸਤੇ ਜੀ? ਇੰਡੀਆ ਦੇ ਵਿੱਚ ਫਾਊਂਡੇਸ਼ਨ ਰੱਖਣੀ ਹੈ ਕਿਹੜੀ? ਇਫੈਕਟਿਵਨੈਸ ਕਿਹਦੇ ਵਿੱਚ ਲਿਆਈ ਜਾਵੇ, ਕਿਹੜੀ ਸਕੀਮ ਦੇ ਵਿੱਚ? ਪ੍ਰਧਾਨ ਮੰਤਰੀ ਪੋਸ਼ਣ ਸ਼ਕਤੀ ਨਿਰਮਾਣ। ਇਹਨੂੰ ਆਪਾਂ ਕਹਿੰਦੇ ਹਾਂ PM ਪੋਸ਼ਣ ਸਕੀਮ। ਇਹ ਹੁਣ ਇਹ ਕਦੇ ਤੁਸੀਂ ਸਕੀਮ ਨਹੀਂ ਸੁਣੀ, ਇਹ ਕਿਹੜੀ ਸਕੀਮ ਆ ਗਈ? ਅਤੇ ਯਾਦ ਰੱਖਿਆ ਜੇ, ਹੁਣ ਸਾਡਾ ਪਹਿਲਾਂ ਜਿਹੜਾ ਮਿਡ ਡੇ ਮੀਲ ਸਕੀਮ ਚੱਲਦੀ ਹੁੰਦੀ ਸੀ ਇੰਡੀਆ ਦੇ ਵਿੱਚ, ਉਸ ਸਕੀਮ ਦਾ ਨਾਮ ਬਦਲ ਕੇ ਹੁਣ ਇਹਨਾਂ ਨੇ ਜੀ PM ਮੰਤਰੀ ਪੋਸ਼ਣ ਸ਼ਕਤੀ ਨਿਰਮਾਣ ਜਿਹੜੀ ਸਕੀਮ ਦਾ ਨਾਮ ਰੱਖਿਆ, ਉਸ ਨੂੰ ਇਫੈਕਟਿਵ ਬਣਾਉਣ ਵਾਸਤੇ। ਤਾਂ ਕਿ ਤੁਹਾਨੂੰ ਪਤਾ ਹੋਵੇਗਾ DPSP ਤੁਸੀਂ ਪੜ੍ਹੇ ਹੀ ਹੋਣਗੇ ਸਾਰਿਆਂ ਨੇ। DPSP ਦੇ ਵਿੱਚ ਆਪਣਾ 47 ਨੰਬਰ ਆਰਟੀਕਲ ਸਾਡਾ ਹੈਗਾ ਨਾ ਇੰਡੀਆ ਦੇ ਵਿੱਚ। ਉਹਦਾ ਕੰਮ ਹੈ ਕਿ ਜਿਹੜੀ ਸਰਕਾਰ ਹੈ ਉਹਨੇ ਆਪਣਾ ਛੋਟੇ ਬੱਚਿਆਂ ਨੂੰ ਨਿਊਟ੍ਰੀਸ਼ਨ ਪੌਸ਼ਟਿਕ ਆਹਾਰ ਦੇਣਾ, ਅਤੇ ਉਹਦੇ ਵਾਸਤੇ ਇਹ ਜਿਹੜਾ ਹੈ ਨਾ PM ਪੋਸ਼ਣ ਸਕੀਮ ਚੱਲੀ ਹੈ, ਸ਼ਕਤੀ ਜਿਹੜੀ ਸਕੀਮ ਚੱਲੀ ਹੈ, ਇਸ ਨੂੰ ਪਹਿਲੇ ਮਿਡ ਡੇ ਮੀਲ ਕਹਿੰਦੇ ਸੀ। ਹੁਣ ਇਹ ਸਕੀਮ ਨੂੰ ਲਾਗੂ ਇੰਡੀਆ ਦੇ ਵਿੱਚ ਕਰਨ ਵਾਸਤੇ ਇੱਕ ਸੰਸਥਾ ਹੈਗੀ ਜਿਹਦਾ ਨਾਮ ਹੈ ਅਕਸ਼ੈ ਪਾਤਰਾ ਫਾਊਂਡੇਸ਼ਨ। ਇਹ ਸਾਰੀ ਗੌਰਮੈਂਟ ਦੇ ਨਾਲ ਕੀ ਕਰਦੀ ਹੈ? ਉਹਨੂੰ ਚੈੱਕ ਕਰਦੀ ਹੈ ਵੀ ਕਿੱਦਾਂ ਖਾਣਾ ਕਿੰਨਾ ਕੀ ਪੌਸ਼ਟਿਕ ਹੈ, ਉਹਦੇ ਵਿੱਚ ਕਿਹੜੀ ਚੀਜ਼ ਦੀ ਕਮੀ ਹੈ। ਇਹ ਸਾਰਾ ਅਕਸ਼ੈ ਪਾਤਰਾ ਫਾਊਂਡੇਸ਼ਨ ਹੈ, ਇਹ ਤੁਸੀਂ ਯਾਦ ਰੱਖਣੀ ਹੈ ਇੰਡੀਆ ਦੇ ਵਿੱਚ, ਠੀਕ ਹੈ ਜੀ। ਇਹ ਸਕੀਮ ਲਾਗੂ ਕੀਤੀ ਸੀ, ਇਹ ਤੁਸੀਂ ਯਾਦ ਰੱਖ ਲਿਆ ਜੀ। ਉਸ ਤੋਂ ਬਾਅਦ ਨੈਕਸਟ ਆ ਜਾਓ। ਵਿਚ ਸਿਟੀ ਹੈਜ਼ ਟੂ ਹੈਡ ਪਿਕਡ ਬਾਏ ਦਾ ਪ੍ਰਾਈਮ ਮਿਨਿਸਟਰ ਆਫ ਇੰਡੀਆ ਟੂ ਹੋਸਟ ਦਾ 25th ਨੈਸ਼ਨਲ ਯੂਥ ਫੈਸਟੀਵਲ। ਨੈਸ਼ਨਲ ਯੂਥ ਫੈਸਟੀਵਲ ਜੀ ਕਦੋਂ ਹੋਣ ਜਾ ਰਿਹਾ? ਇਹ ਆਪਣਾ ਹੋਣ ਜਾ ਰਿਹਾ 12 ਜਨਵਰੀ ਤੋਂ ਲੈ ਕੇ 16 ਜਨਵਰੀ ਦੇ ਵਿੱਚ, ਠੀਕ ਹੈ ਜੀ। ਇਸ ਦੀ ਜਿਹੜਾ ਔਰਗਨਾਈਜ਼ ਇਹਨੂੰ ਕੀਤਾ ਜਾ ਰਿਹਾ ਇੰਡੀਆ ਦੀ ਸਪੋਰਟਸ ਕਲਚਰ ਯੂਨੀਵਰਸਿਟੀ ਸਪੋਰਟਸ ਮਿਨਿਸਟਰੀ ਦੇ ਦੁਆਰਾ, ਅਨੁਰਾਗ ਠਾਕੁਰ ਦੇ ਦੁਆਰਾ ਇਹ ਸਾਰਾ ਕੰਮ ਕੀਤਾ ਗਿਆ। ਇਹਦੀ ਜਿਹੜਾ ਉਦਘਾਟਨ ਕਰਨਾ ਹੈ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਾਣਗੇ, ਠੀਕ ਹੈ ਜੀ। ਨੈਸ਼ਨਲ ਯੂਥ ਆਪਣਾ ਡੇ ਜਦੋਂ ਆਪਾਂ ਮਨਾਉਂਦੇ ਹਾਂ ਉਹ ਕਿਹੜਾ ਦਿਨ ਹੁੰਦਾ? 12 ਜਨਵਰੀ। ਸਪੈਸ਼ਲੀ ਯੂਥ ਡੇ ਦੇ ਉੱਪਰ ਤੁਹਾਨੂੰ ਮਨਾਇਆ ਜਾ ਰਿਹਾ। ਇਸ ਨੂੰ ਸਟਾਰਟ ਕੀਤਾ ਜਾ ਰਿਹਾ ਕਿੱਥੇ? ਪੁਡੂਚੇਰੀ ਦੇ ਵਿੱਚ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਅਤੇ ਇਹ ਪੁਡੂਚੇਰੀ ਤੁਹਾਨੂੰ ਦੱਸਿਆ ਹੀ ਸੀਗਾ ਮੈਂ, ਠੀਕ ਹੈ। N ਰੰਗਾ ਰਾਜਨ ਜਿਹੜੇ ਨੇ ਇੱਥੇ ਦੇ ਜਿਹੜੇ CM ਨੇ। ਅਤੇ ਉਸ ਤੋਂ ਬਾਅਦ ਆਲ ਇੰਡੀਆ ਕਾਂਗਰਸ ਇਹਨਾਂ ਦੇ ਨਾਮ ਦੇ ਉੱਪਰ ਪਾਰਟੀ ਬਣੀ ਹੋਈ ਹੈ। ਅਤੇ ਤਮਿਲ ਸਾਈ ਸੌਂਦਰਿਆ ਰਾਜਨ ਇਹਦੇ ਦੀ ਗਵਰਨਰ ਹੈ, ਠੀਕ ਹੈ ਜੀ। ਇਹਨਾਂ ਨੂੰ ਤੇਲੰਗਾਨਾ ਦਾ ਵੀ ਭਾਰ ਦਿੱਤਾ ਹੋਇਆ, ਐਕਸਟਰਾ ਬਰਡਨ ਇਹਨਾਂ ਦੇ ਉੱਪਰ, ਠੀਕ ਹੈ ਜੀ, ਗਵਰਨਰ ਨੇ। ਅਤੇ ਮੈਂ ਤੁਹਾਨੂੰ ਦੱਸਿਆ ਸੀ ਪੁਡੂਚੇਰੀ ਇੱਕ ਐਸਾ ਸ਼ਹਿਰ ਹੈ ਜਿਹਦੇ ਉੱਪਰ ਫਰਾਂਸ ਇੱਕ ਕਲੋਨੀ ਰਹੀ ਹੈ ਇੰਡੀਆ ਦੀ। ਫਰਾਂਸ ਨੇ ਇੱਥੇ ਆਪਾਂ ਨੂੰ ਫਰੈਂਚ ਤੋਂ ਆਪਾਂ ਆਜ਼ਾਦ ਕਰਵਾਇਆ ਸੀਗਾ, ਠੀਕ ਹੈ ਜੀ। ਅਤੇ ਇਹ ਤੁਸੀਂ ਯਾਦ ਰੱਖਣਾ 1962 ਦੇ ਵਿੱਚ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਅਤੇ ਉਸ ਤੋਂ ਬਾਅਦ ਆਪਾਂ ਗੱਲ ਕਰ ਸਕਦੇ ਹਾਂ ਕਿ ਜਿਹੜੇ ਸਵਾਮੀ ਵਿਵੇਕਾਨੰਦ ਜੀ ਸੀਗੇ, ਇਹ 1893 ਦੇ ਵਿੱਚ ਸ਼ਿਕਾਗੋ ਗਏ ਸੀਗੇ। ਸ਼ਿਕਾਗੋ ਯਾਦ ਹੈ ਤੁਹਾਨੂੰ? ਸ਼ਿਕਾਗੋ ਦੇ ਵਿੱਚ ਗਏ ਸੀ, ਉੱਥੇ ਇਹਨਾਂ ਨੇ ਸਪੀਚ ਦਿੱਤੀ ਸੀ, ਹਿੰਦੂ ਸੰਮੇਲਨ ਨੂੰ ਸਪੀਚ ਕੀਤੀ ਸੀ। ਪਰ ਇਹ ਤੁਸੀਂ ਯਾਦ ਰੱਖਣਾ। ਹੁਣ ਇੱਕ ਹਾਰਟਫੁਲਨੈਸ ਸਵਾਮੀ ਵਿਵੇਕਾਨੰਦ ਦੇ ਨਾਮ ਦੇ ਉੱਪਰ ਯੋਗਾ ਯੂਨੀਵਰਸਿਟੀ ਸਟਾਰਟ ਕੀਤੀ ਗਈ ਆ ਪੂਰੇ ਵਰਲਡ ਦੀ। ਐਸੀ ਕਿਹੜੀ ਥਾਂ? ਉਹ ਹੈਗੀ ਆ ਜੀ ਲਾਸ ਐਂਜਲਸ ਦੇ ਵਿੱਚ। ਤੁਹਾਨੂੰ ਪਤਾ ਹੈ ਲਾਸ ਐਂਜਲਸ ਦੇ ਵਿੱਚ 2024 ਦੇ ਵਿੱਚ 28 ਦੇ ਵਿੱਚ ਹੋਣੇ ਆ ਸਮਰ ਓਲੰਪਿਕ ਹੋਣ ਜਾ ਰਹੇ ਆ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ।
ਤੇ ਉਹ ਲਾਸ ਐਂਜਲਸ ਦੇ ਵਿੱਚ ਕੀ ਹੈ ਜੀ ਯੂਨੀਵਰਸਿਟੀ ਬਣੀ ਹੈ, ਪਰ ਜਿਹੜੀ ਸਪੀਚ ਹੋਈ ਸੀ ਉਹ ਸ਼ਿਕਾਗੋ ਦੇ ਵਿੱਚ ਹੋਈ ਸੀ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਤੇ ਪੁਡੂਚੇਰੀ ਦੇ ਬਾਰੇ ਤੁਹਾਨੂੰ ਮੈਂ ਦੱਸ ਹੀ ਚੁੱਕਿਆ। ਕਾਵਾਰਤੀ ਕੀ ਦੀ ਕੈਪੀਟਲ ਹੈ? ਕਾਵਾਰਤੀ ਹੈਗੀ ਹੈ ਲਕਸ਼ਦੀਪ ਦੀ ਕੈਪੀਟਲ। ਠੀਕ ਹੈ ਜੀ, ਜਿਹਦੇ 26 ਆਪਣੇ ਆਈਲੈਂਡਸ ਹੈਗੇ ਨੇ ਅਰਬ ਸਾਗਰ ਦੇ ਵਿੱਚ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਉਸ ਤੋਂ ਬਾਅਦ ਆ ਜਾਓ, ਗਵਰਨਮੈਂਟ ਆਫ ਇੰਡੀਆ ਹੈਜ਼ ਰੀਅਪੋਇੰਟਡ ਟੂ ਹੂ ਚੇਅਰਮੈਨ ਆਫ ਦਾ ਕਮਿਸ਼ਨ ਫॉर ਦਾ ਐਗਰੀਕਲਚਰ ਐਂਡ ਕੋਸਟ ਪ੍ਰਾਈਸ। ਤੁਹਾਨੂੰ ਪਤਾ ਹੋਵੇਗਾ ਇੰਡੀਆ ਦੇ ਵਿੱਚ ਇੱਕ ਐਗਰੀਕਲਚਰ ਮਿਨਿਸਟਰੀ ਹੈ, ਜੀ ਨਰਿੰਦਰ ਸਿੰਘ ਤੋਮਰ ਸਾਡੇ ਮਿਨਿਸਟਰ ਨੇ। ਉਹਨਾਂ ਦੇ ਅੰਡਰ ਇੱਕ ਡਿਪਾਰਟਮੈਂਟ ਹੈ ਜਾਂ ਕਹਿ ਸਕਦੇ ਹਾਂ ਕਮਿਸ਼ਨ ਹੈ, ਜਿਹਦਾ ਨਾਮ ਹੈ ਕਮਿਸ਼ਨ ਫॉर ਐਗਰੀਕਲਚਰ CACP। ਤਾਂ ਇਹ ਜਿਹੜੀ ਸੰਸਥਾ ਇਹਦੇ ਕਮਿਸ਼ਨ ਦੇ ਵਿੱਚ ਦੁਬਾਰਾ ਉਹਨਾਂ ਦੇ ਜਿਹੜੇ ਚੇਅਰਮੈਨ ਨਿਯੁਕਤ ਕੀਤਾ ਗਿਆ ਇੱਕ ਵਾਰ ਉਹਨਾਂ ਨੂੰ ਦੁਬਾਰਾ। ਇਹ ਸੰਸਥਾ ਦਾ ਕੀ ਕੰਮ ਹੈ? ਇੰਡੀਆ ਦੇ ਵਿੱਚ ਤੁਸੀਂ MSP ਸੁਣਿਆ ਹੋਏਗਾ, ਮਿਨੀਮਮ ਸਪੋਰਟ ਪ੍ਰਾਈਸ, ਜਿਹੜੀ ਕਿ ਫਸਲਾਂ ਵਾਸਤੇ ਹਰ ਦਿੱਤਾ ਜਾਂਦਾ। ਉਹ ਕੈਲਕੂਲੇਟ ਕਿੰਨੇ ਕਰਨਾ ਹੁੰਦਾ? ਉਹ ਇਸ ਸੰਸਥਾ ਨੇ ਕਰਨਾ ਹੁੰਦਾ, ਇਹ ਕਮਿਸ਼ਨ ਨੇ। ਇਸ ਦੇ ਹੀ ਹੁਣ ਚੇਅਰਮੈਨ ਦੁਬਾਰਾ ਨਿਯੁਕਤ ਕੀਤਾ ਗਿਆ। ਇਹ ਤੁਸੀਂ ਯਾਦ ਰੱਖਣਾ ਹੈ। MSP ਨੂੰ ਲਾਗੂ ਤਾਂ ਮਿਨਿਸਟਰੀ ਜ਼ਰੂਰ ਕਰਦੀ ਐਗਰੀਕਲਚਰ ਦੀ, ਪਰ ਉਹ ਸਿਰਫ ਅਨਾਊਂਸਮੈਂਟ ਕਰਦੇ ਨੇ, ਪਰ ਐਕਚੁਅਲ ਦੇ ਵਿੱਚ MSP ਕਿਹਨੂੰ ਕਿਹੜੀ ਫਸਲ ਨੂੰ ਦੇਣਾ ਇਹ ਡਿਸਾਈਡ CACP ਦੇ ਦੁਆਰਾ ਕੀਤਾ ਜਾਂਦਾ। ਠੀਕ ਹੈ ਜੀ, ਇਹਦੇ ਚੇਅਰਮੈਨ ਹੁਣ ਦੁਬਾਰਾ ਵਿਜੇ ਪੌਲ ਸਿੰਘ, ਜਿਹੜੇ ਕਿ ਆਪਣੇ ਇੰਡੀਆ ਦਾ ਜਿਹੜਾ ਇੰਸਟੀਟਿਊਟ ਹੈ ਮੈਨੇਜਮੈਂਟ ਦਾ ਅਹਿਮਦਾਬਾਦ ਦੇ ਵਿੱਚ, ਉੱਥੋਂ ਦੇ ਇਹ ਪ੍ਰੋਫੈਸਰ ਨੇ। ਇਹਨਾਂ ਨੂੰ ਦੁਬਾਰਾ ਰੀਅਪੋਇੰਟ ਕੀਤਾ ਗਿਆ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਆਈ ਹੋਪ ਕਿ ਤੁਹਾਨੂੰ ਸਮਝ ਆ ਗਿਆ ਹੋਵੇਗਾ। ਉਸ ਤੋਂ ਬਾਅਦ ਨੈਕਸਟ ਕੁਐਸਚਨ 'ਤੇ ਆ ਜਾਓ। ਇਹ ਨਿਊ ਬੁੱਕ ਟਾਈਟਲ ਮਮਤਾ ਬਿਯੋਂਡ 2021 ਆਥਰ ਬਾਈ ਹੂਮ। ਤਾਂ ਇਹ ਇੱਕ ਬੁੱਕ ਹੈਗੀ ਹੈ, ਤੁਸੀਂ ਵੇਖਿਆ ਹੋਵੇਗਾ BJP ਨੇ ਪਿਛਲੇ ਸਾਲ ਆਪਣੇ ਇਲੈਕਸ਼ਨ ਹੋਏ ਸੀਗੇ ਵੈਸਟ ਬੰਗਾਲ ਦੇ ਵਿੱਚ, ਕਿਹਨਾਂ ਦੀ ਸਰਕਾਰ ਨੂੰ, ਮਮਤਾ ਬੈਨਰਜੀ ਦੀ ਜਿਹੜੀ ਤ੍ਰਿਣਮੂਲ ਕਾਂਗਰਸ ਸਰਕਾਰ ਹੈ ਉਸ ਨੂੰ ਹਰਾਉਣ ਵਾਸਤੇ ਕਿੰਨਾ ਜ਼ੋਰ ਲਗਾਇਆ ਸੀਗਾ। ਤਾਂ BJP ਵਾਈ ਕਿਉਂ ਫੇਲ ਹੋ ਗਈ ਉੱਥੇ? ਤਾਂ ਇਸ ਦੇ ਬਾਰੇ ਜਿਹੜੀ ਹੈ ਇਹ ਸਾਰੀ ਬੁੱਕ ਦੇ ਬਾਰੇ ਲਿਖਿਆ ਗਿਆ। ਇਹ ਬੁੱਕ ਲਿਖੀ ਹੈ ਕਿਹਨਾਂ ਨੇ? ਜਯੰਤਾ ਘੋਸ਼ਾਲ, ਇੱਕ ਜਰਨਲਿਸਟ ਹੈਗੇ ਨੇ, ਕਿ BJP ਦਾ ਵੈਸਟ ਬੰਗਾਲ ਦੇ ਵਿੱਚ ਫੇਲ ਹੋਣ ਦੇ ਕੀ ਕਾਰਨ ਸੀਗੇ। ਉਹ ਸਾਰਾ ਕੁਝ ਇੱਥੇ ਦੱਸਿਆ ਹੋਇਆ। ਠੀਕ ਹੈ ਜੀ, ਇਹ ਤੁਸੀਂ ਯਾਦ। ਮਮਤਾ ਬੈਨਰਜੀ ਦੀ ਸਰਕਾਰ ਹੈ ਵੈਸਟ ਬੰਗਾਲ ਦੇ ਵਿੱਚ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਵੈਸਟ ਬੰਗਾਲ ਦੇ ਵਿੱਚ ਨੈਸ਼ਨਲ ਪਾਰਕ ਦੱਸਿਆ ਸੀਗਾ ਤੁਹਾਨੂੰ, ਗੋਰੂਮਾਰਾ ਹੈਗਾ, ਜਲਦਾਪਾਰਾ ਹੈ। ਠੀਕ ਹੈ ਜੀ, ਇਹ ਵੀ ਤੁਹਾਨੂੰ ਮੈਂ ਦੱਸਿਆ ਸੀਗਾ। ਠੀਕ ਹੈ, ਇਹ ਦੋ ਨੈਸ਼ਨਲ ਪਾਰਕ ਬੜੇ ਹੀ ਇੰਪੋਰਟੈਂਟ ਨੇ, ਜਿਹੜੇ ਪੇਪਰ ਦੇ ਵਿੱਚ ਪੁੱਛੇ ਜਾ ਸਕਦੇ ਨੇ, ਤੁਹਾਨੂੰ ਇੱਥੇ ਯਾਦ ਰੱਖਣੇ ਨੇ ਆਪਾਂ। ਇਹਦੇ ਹੈਗਾ ਬਕਸਾ ਵੀ ਨੈਸ਼ਨਲ ਪਾਰਕ ਵੀ ਹੈਗਾ ਇੱਥੇ। ਠੀਕ ਹੈ ਜੀ, ਇਹ ਵੀ ਤੁਸੀਂ ਇੱਕ ਨਾ ਕੁਐਸਚਨ ਪੇਪਰ 'ਚ ਪੁੱਛਿਆ ਜਾ ਸਕਦਾ। ਦਾਰਜਲਿੰਗ ਕਿੱਥੇ ਹੈ, ਕਿਹੜੀ ਸਟੇਟ ਦੇ ਵਿੱਚ ਹੈ? ਦਾਰਜਲਿੰਗ ਕੀ ਹੈ? ਇੰਡੀਆ ਦਾ ਸਭ ਤੋਂ ਜ਼ਿਆਦਾ ਟੀ ਪ੍ਰੋਡਿਊਸਿੰਗ ਸਿਟੀ ਹੈ। ਟੀ ਪ੍ਰੋਡਿਊਸਿੰਗ ਸਿਟੀ ਹੈ। ਜੇ ਅਗਰ ਸਟੇਟ ਪੁੱਛ ਲਿਆ ਨਾ ਫਿਰ ਅਸਾਮ ਹੋਏਗਾ। ਅਗਰ ਜੇ ਉਹਨਾਂ ਨੇ ਪੁੱਛ ਲਿਆ ਕੌਫੀ ਵਾਸਤੇ ਕਿਹੜਾ ਸਟੇਟ ਹੈ? ਕਰਨਾਟਕ ਹੈ। ਠੀਕ ਹੈ ਜੀ, ਇਹ 3 ਕੁਐਸਚਨ ਪੇਪਰ 'ਚ ਆਉਂਦੇ ਨੇ। ਦਾਰਜਲਿੰਗ 'ਤੇ ਕੁਐਸਚਨ ਇੱਕ ਹੋਰ ਵੀ ਬਣ ਸਕਦਾ ਹੈ। ਦਾਰਜਲਿੰਗ ਵੈਸਟ ਬੰਗਾਲ ਦੇ ਵਿੱਚ ਹੈ, ਅਤੇ ਦਾਰਜਲਿੰਗ 'ਤੇ ਟੋਏ ਟ੍ਰੇਨ ਚੱਲਦੀ ਹੈ। ਟੋਏ ਟ੍ਰੇਨ 3 ਹੀ ਥਾਂ 'ਤੇ ਚੱਲਦੀ ਹੈ। ਇੱਕ ਸ਼ਿਮਲਾ ਦੇ ਵਿੱਚ ਚੱਲਦੀ ਹੈ ਆਪਣੇ ਇੰਡੀਆ ਦੇ ਵਿੱਚ, ਇੱਕ ਚੱਲਦੀ ਹੈ ਆਪਣੇ ਊਟੀ ਜਿਹੜਾ ਹੈਗਾ ਨੀਲਗਿਰੀ ਦੀ ਪਹਾੜੀਆਂ ਦੇ ਵਿੱਚ, ਇੱਕ ਦਾਰਜਲਿੰਗ ਦੇ ਵਿੱਚ। ਠੀਕ ਹੈ ਜੀ, ਇਹ ਵੀ ਕੁਐਸਚਨ ਆ ਸਕਦਾ। ਉਸ ਤੋਂ ਬਾਅਦ ਨੈਕਸਟ 'ਤੇ ਆ ਜਾਓ। ਅੱਛਾ, ਇੱਥੇ ਦੱਸਣਾ ਸੀਗਾ, ਇੱਥੇ ਜਿਹੜੀ ਕੈਪੀਟਲ ਵੈਸਟ ਬੰਗਾਲ ਦੀ ਕੈਪੀਟਲ ਹੈਗੀ ਹੈ ਜਿਹੜਾ ਕੋਲਕਾਤਾ, ਇਹਨੂੰ ਆਪਾਂ ਸਿਟੀ ਆਫ ਜੋਏ ਵੀ ਕਹਿੰਦੇ ਹਾਂ। ਇਹਨੂੰ ਈਸਟ ਦਾ ਲੰਡਨ ਕਹਿੰਦੇ ਹਾਂ ਆਪਾਂ, ਈਸਟ ਦਾ ਲੰਡਨ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਕਿਹੜੀ ਨਦੀ ਦੇ ਉੱਪਰ ਹੈ? ਹੁਗਲੀ ਰਿਵਰ ਦੇ ਉੱਪਰ ਹੈ, ਹੁਗਲੀ ਰਿਵਰ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਅਤੇ ਉਸ ਤੋਂ ਬਾਅਦ ਇੱਥੇ ਇੱਕ ਹਾਰਬਰ ਹੈਗਾ ਜਿਹਨੂੰ ਆਪਾਂ ਕਹਿੰਦੇ ਹਾਂ ਬਚ ਹਾਰਬਰ ਉਹ ਪਲੇਸ ਹੁੰਦਾ ਜਿੱਥੇ ਜਿਹੜੇ ਸ਼ਿਪ ਆ ਕੇ ਖੜ੍ਹਦੇ ਨੇ। ਠੀਕ ਹੈ ਜੀ, ਇਹ ਹਾਰਬਰ ਦੇ ਉੱਪਰ ਤੁਸੀਂ ਬਾਬਾ ਗੁਰਦਿੱਤਾ ਸਿੰਘ ਦੇ ਬਾਰੇ ਸੁਣਿਆ ਹੈਗਾ, ਜਿਨ੍ਹਾਂ ਨੇ ਕਾਮਾਗਾਟੋ ਮਾਰੂ ਜਹਾਜ਼ ਲੈ ਕੇ ਆਏ ਸੀਗੇ। ਤਾਂ ਉਹ ਇਸ ਹਾਰਬਰ ਦੀ ਘਟਨਾ ਹੁੰਦੀ ਹੈ। ਉਹ ਮਾਡਰਨ ਹਿਸਟਰੀ 'ਚ ਪੁੱਛਿਆ ਜਾਂਦਾ ਪੇਪਰ ਦੇ ਵਿੱਚ ਅਕਸਰ। ਠੀਕ ਹੈ ਜੀ, ਤਾਂ ਇਸ ਤੋਂ ਬਾਅਦ ਆ ਜਾਓ। ਗੌਰਮੈਂਟ ਆਫ ਇੰਡੀਆ ਅਪਰੂਵ ਦਾ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਬਿਟਵੀਨ ਦੀ ਇੰਡੀਆ ਐਂਡ ਵਿਚ ਕੰਟਰੀ ਟੂ ਬ੍ਰਿਜ ਦਾ ਮਹਾਕਾਲੀ ਰਿਵਰ ਕਿੱਥੇ ਹੈ ਇੰਡੀਆ ਦੇ ਵਿੱਚ? ਯਾਦ ਰੱਖਿਆ ਜੀ, ਨੇਪਾਲ ਅਤੇ ਇੰਡੀਆ ਦੇ ਵਿੱਚ। ਉੱਤਰਾਖੰਡ ਜਿਹੜਾ ਸਟੇਟ ਹੈ ਨਾ, ਉਹਦੇ ਇੱਕ ਪਾਸੇ ਤਾਂ ਨੇਪਾਲ ਹੈ, ਇੱਕ ਪਾਸੇ ਕੀ ਹੈ? ਇੰਡੀਆ ਹੈ। ਤਾਂ ਇਸ ਦੇ ਵਿੱਚ ਜਿਹੜੀ ਰਿਵਰ ਫਲੋ ਹੋ ਰਹੀ ਉਹਦਾ ਨਾਮ ਹੈ ਮਹਾਕਾਲੀ ਰਿਵਰ। ਤਾਂ ਮਹਾਕਾਲੀ ਰਿਵਰ ਕਿਹਦੇ ਵਿੱਚ ਫਲੋ ਹੁੰਦੀ ਹੈ? ਇੰਡੀਆ ਅਤੇ ਨੇਪਾਲ ਨੂੰ ਅਲੱਗ ਕਰਦੀ ਪਈ ਹੈ ਉੱਤਰਾਖੰਡ ਵਾਲੇ ਏਰੀਆ ਦੇ ਵਿੱਚ। ਠੀਕ ਹੈ ਜੀ, ਹੁਣ ਇੰਡੀਆ ਨੇ ਜੀ ਇਹਦੇ ਉੱਪਰ ਇੱਕ ਬ੍ਰਿਜ ਬਣਾ ਰਿਹਾ। ਠੀਕ ਹੈ ਜੀ, ਅਤੇ ਇਹ ਧਾਰਚੋਲ ਇੱਕ ਇੰਡੀਆ ਦਾ ਪਲੇਸ ਹੈ। ਧਾਰਚੋਲ, ਉੱਥੋਂ ਲੈ ਕੇ ਨੇਪਾਲ ਦੇ ਵਿੱਚ ਇਹ ਬ੍ਰਿਜ ਬਣਾਇਆ ਜਾ ਰਿਹਾ ਤਾਂ ਕਿ ਇੰਡੀਆ ਕਨੈਕਟ ਹੋ ਸਕੇ ਕਿਹਦੇ ਨਾਲ? ਨੇਪਾਲ ਦੇ ਨਾਲ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਸੂਰਿਆ ਕਿਰਨ ਆਪਾਂ ਇੱਕ ਐਕਸਰਸਾਈਜ਼ ਕਰਦੇ ਹਾਂ ਨਾ, ਕਿਹਦੇ ਨਾਲ ਕਰਦੇ ਹਾਂ? ਆਪਣੀ ਇਹਦੇ ਨਾਲ, ਨੇਪਾਲ ਦੇ ਨਾਲ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਿਆ ਜੀ। ਅਤੇ ਇਸੇ ਤਰ੍ਹਾਂ ਹੀ
ਆਪਣੀ ਸਭ ਤੋਂ ਵੱਡੀ ਜਿਹੜੀ ਆਪਾਂ ਬਾਰਡਰ ਲੱਗਦਾ ਇੰਡੀਆ ਦਾ, ਉਹ ਕਿਹੜੇ ਨਾਲ ਲੱਗਦਾ? ਇੰਡੀਆ ਦਾ ਬਾਰਡਰ ਲੱਗਦਾ ਬੰਗਲਾਦੇਸ਼ ਦੇ ਨਾਲ। ਸਭ ਤੋਂ ਘੱਟ ਬਾਰਡਰ ਲੱਗਦਾ ਅਫਗਾਨਿਸਤਾਨ ਦੇ ਨਾਲ, ਠੀਕ ਹੈ ਜੀ। ਇਹ ਵੀ ਤੁਸੀਂ ਯਾਦ ਰੱਖਣਾ ਇਹਦੇ ਵਿੱਚ। ਅਫਗਾਨਿਸਤਾਨ ਆਪਣੇ ਨੇਪਾਲ ਦੇ ਵਿੱਚ ਤੁਹਾਨੂੰ ਪਤਾ ਹੋਏਗਾ ਮਾਊਂਟ ਐਵਰੈਸਟ ਹੈਗੀ ਹੈ। ਮਾਊਂਟ ਐਵਰੈਸਟ ਨੂੰ ਨੇਪਾਲ ਦੇ ਵਿੱਚ ਪੂਰੇ ਵਰਲਡ ਦੀ ਸਭ ਤੋਂ ਉੱਚੀ ਚੋਟੀ ਹੈ, ਇਹਨੂੰ ਕਿਹਾ ਜਾਂਦਾ ਸਾਗਰ ਮਾਥਾ ਕਿਹਾ ਜਾਂਦਾ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ, ਇਹ ਤੁਸੀਂ ਯਾਦ ਰੱਖ ਸਕਦੇ ਹੋ। ਉਸ ਤੋਂ ਬਾਅਦ ਅੱਜ ਦੇ ਕੁਐਸਚਨ ਹੋ ਚੁੱਕੇ ਨੇ ਜੀ। ਆਈ ਹੋਪ ਕਿ ਤੁਹਾਨੂੰ ਵਧੀਆ ਲੱਗਿਆ ਹੋਵੇਗਾ। ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਜੀ ਵੀ ਤੁਹਾਨੂੰ ਹੋਰ ਕੀ ਇਹਦੇ ਵਿੱਚ ਇੰਪਰੂਵਮੈਂਟ ਆਪਾਂ ਨੂੰ ਕਰਨੀ ਚਾਹੀਦੀ, ਤਾਂ ਕਿ ਆਪਣੀ ਇਸ ਚੀਜ਼ ਨੂੰ ਬੈਸਟ ਤੋਂ ਬੈਸਟ ਬਣਾਈਏ ਆਪਾਂ। ਅਤੇ ਆਈ ਹੋਪ ਕਿ ਸਾਰਿਆਂ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਆ ਜੀ। ਜਿਹੜੇ ਵੀ ਸਟੂਡੈਂਟ ਇਸ ਚੈਨਲ ਦੇ ਉੱਪਰ ਨਵੇਂ ਨੇ, ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਆਵਰ YouTube ਚੈਨਲ, ਠੀਕ ਹੈ, CBC ਸਿਕਸ਼ਾ। ਅਤੇ ਮਿਲਦੇ ਹਾਂ ਜੀ ਕੱਲ੍ਹ ਦੀ ਵੀਡੀਓ ਦੇ ਵਿੱਚ। ਥੈਂਕ ਯੂ ਫॉर ਵਾਚਿੰਗ।